किसान एक ऑप्शन लैके आए हैं भी चलो असी सानू चुनो, सानू क्यों चुनो, ਉਹਦੇ ਬਾਰੇ ਚੜੂਨੀ ਸਾਹਿਬ ਨੇ ਦੱਸਤਾ ਵੀ ਸਾਨੂੰ ਅਸੀਂ ਆਹ ਇਸ਼ੂ ਸਾਰੇ ਐਡਰੈਸ ਕਰਾਂਗੇ, ਪੂਰਾ ਸਿਸਟਮ ਚੇਂਜ ਕਰਨਾ ਹੈ ਤੇ ਜਿਹੜੇ ਬਦਲਾਅ ਦੀ ਗੱਲ ਹੋ ਰਹੀ ਹੈ ਅਸੀਂ ਉਹ ਬਦਲਾਅ ਲੈ ਕੇ ਆਉਣਾ ਹੈ। ਪਰ ਜੇ ਵਾਕਈ ਕਿਸਾਨ ਨੇਤਾ ਬਦਲਾਅ ਲਿਆਉਣਾ ਚਾਹ ਰਹੇ ਹੈ ਤੇ ਫਿਰ ਸਾਰੀਆਂ ਜਥੇਬੰਦੀਆਂ ਇਕੱਠੀਆਂ ਕਿਉਂ ਨਹੀਂ ਹੁੰਦੀਆਂ, ਕਿਉਂ ਹਰ ਇੱਕ ਦੀ ਅੱਡ ਅੱਡ ਵਿਊ ਆ ਰਹੇ ਹੈ? ਪਹਿਲਾਂ ਮੈਂ ਗਰੇਵਾਲ ਸਾਹਿਬ ਦਾ ਇੱਕ ਜਵਾਬ ਦੇਣਾ ਹੈਗਾ। ਇਹ ਕਹਿੰਦਾ ਵੀ ਇੱਕ ਪਾਰਟੀ ਹੈ ਜਿਨ੍ਹਾਂ ਨੇ ਸਿੱਖਾਂ ਦੀ ਨਸਲਕੁਸ਼ੀ ਕੀਤੀ ਹੈਗੀ, ਉਹਦੇ ਬਾਰੇ ਅਸੀਂ ਸਿੱਖ ਕਿਸਾਨ ਆ ਨਾ, ਕਿਉਂ ਨਹੀਂ ਸੋਚਦੇ? ਸਿੱਖਾਂ ਦੀ ਆਬਾਦੀ ਸਾਰੇ ਭਾਰਤ ਦੇ ਵਿੱਚ 4 ਕਰੋੜ ਆ। ਹਾਂਜੀ। ਤੇ ਭਾਰਤੀ ਜਨਤਾ ਪਾਰਟੀ ਜਿਹੜੀ 32 ਕਰੋੜ ਆਬਾਦੀ ਆ ਮੁਸਲਮਾਨਾਂ ਦੀ, ਉਹਨਾਂ ਦੀ ਨਸਲਕੁਸ਼ੀ ਕਰਦੀ ਹੈ। ਮੈਂ ਜਵਾਬ ਗਰੇਵਾਲ ਸਾਹਿਬ ਤੋਂ ਪੁੱਛਣਾ, ਹਾਂ ਉਹਨਾਂ ਦੇ ਦੰਗੇ, ਉਹਨਾਂ ਤੇ ਹਮਲੇ, ਉਹਨਾਂ ਤੇ ਸਾਰਾ ਕੁਛ ਕਰਦੀ ਹੈ। ਮਤਲਬ ਇਹ ਬਾਰੇ ਸੋਚ ਰਿਲੇਟਡ ਗੱਲਾਂ। ਇੱਕ ਗਰੇਵਾਲ ਸਾਹਿਬ ਨੇ ਕਿਹਾ ਵੀ ਸਾਡੀ ਸਰਕਾਰ ਬਣੂਗੀ, ਮਤਲਬ ਗਰੇਵਾਲ ਸਾਹਿਬ ਅਸੀਂ ਜ਼ੋਰ ਲਾਦਾ, ਸਾਡੀ ਬਥੇਰੇ ਆਪ 'ਚ ਸਿੱਧੀ ਫੋਨ 'ਤੇ ਵੀ ਗੱਲ ਹੁੰਦੀ ਰਹਿੰਦੀ, ਸਾਰਾ ਕੁਛ ਕਹਿੰਦਾ। ਇਹ ਕਹਿੰਦਾ ਸਵਾਲ ਹੀ ਨਹੀਂ ਪੈਦਾ, ਮੈਂ ਰਾਜਨੀਤੀ ਛੱਡ ਦੂੰ। ਗਰੇਵਾਲ ਸਾਹਿਬ ਕਹਿੰਦੇ ਹੁੰਦੇ ਜੇ ਤਿੰਨੇ ਕਾਨੂੰਨ ਰੱਦ ਹੋ ਜਾਣਾ। ਗਰੇਵਾਲ ਸਾਹਿਬ ਮੇਰੇ ਸਾਹਮਣੇ ਬੈਠੇ ਨੇ, ਰਾਜਨੀਤੀ 'ਚ ਵੀ ਬੈਠੇ ਨੇਗੇ, ਕੋਈ ਛੱਡੀ ਨਹੀਂ। ਠੀਕ ਹੈ ਨਾ ਗੱਲ? ਮਤਲਬ ਇੱਕ ਮੈਂ ਕਹਿਣਾ, ਇੱਕ ਮੈਂ ਵਾਅਦਾ ਕਰਦਾ, ਜਿਹੜਾ ਇਹ ਬਣਾਇਆ ਇਹਨੇ ਇੱਕ ਗਰੁੱਪ ਜਾ, ਸਮਝਦੇ ਗੱਲ ਵੀ ਜੇ ਇਹਨਾਂ ਦੀ ਸਰਕਾਰ ਬਣੀ ਮੈਂ ਖਾਸਾ ਕੁਛ ਸੋਚੂਗਾ। ਫਿਰ ਗਰੇਵਾਲ ਤਾਂ ਸੋਚਿਆ ਨਹੀਂ, ਮੈਂ ਖਾਸਾ ਕੁਛ ਸੋਚੂਗਾ। ਖਾਸਾ ਦੱਸ ਵੀ ਦਓ ਨਾ। ਹਾਂ ਮੇਰੀ ਗੱਲ ਸਵਾਲ ਇੱਕ, ਤੁਸੀਂ ਮੇਰੀ ਗੱਲ ਸੁਣੋ, ਕਿਉਂ ਨਹੀਂ ਕਰਦੇ? ਅੰਦੋਲਨ ਸਾਡਾ ਇਕੱਲਿਆਂ ਦਾ ਨਹੀਂ। ਠੀਕ ਹੈ, ਗਰੇਵਾਲ ਸਾਹਿਬ ਨੇ ਵਧੀਆ ਗੱਲ ਕਹੀ ਆ, ਇਹ ਜਿਹੜੀ ਗੱਲ ਵਧੀਆ ਕਹੂੰਗਾ, ਉਹ ਜਨ ਅੰਦੋਲਨ ਤੀ 90% ਲੋਕ ਭਾਰਤੀ ਜਨਤਾ ਪਾਰਟੀ ਤੋਂ ਦੁਖੀ ਨੇ। ਸਮਝੇ ਕੀ ਗੱਲ? ਇਹਨਾਂ ਦੀਆਂ ਜ਼ਮਾਨਤਾਂ ਜ਼ਬਤ ਹੋਣਗੀਆਂ, ਨਾ ਆਪਦੀ ਸਰਕਾਰ ਬਣਾ ਸਕਣ, ਨਾ ਇਹ ਕੁਛ ਕਰ ਸਕਣ। ਅਸੀਂ ਤਾਂ ਜੇ ਸੱਤਾ 'ਤੇ ਬਣਾਤੇ, ਚਟੂਨੀ ਸਾਹਿਬ ਬੈਠੇ ਨੇ, ਰਾਜਾ ਸਾਹਿਬ ਲੜਦੇ ਨੇ, ਮੈਂ ਵੀ ਵਿੱਚ ਹੀ ਲੜਦੇ ਕਰ ਲਓ, ਚੱਲ ਮੈਂ ਆਪਦਾ ਕੈਂਡੀਡੇਟ ਸਿੱਖ ਤਰੀਕੇ ਨਾਲ ਵਾਪਸ ਲਿਆ ਇਸ ਗੱਲ ਤੋਂ। ਅਸੀਂ ਕੁਛ ਕਿਸਾਨਾਂ ਦਾ ਬਿਨਾਂ ਸਰਕਾਰ ਤੋਂ ਅਸੀਂ ਜਿਹੜੇ ਵਾਅਦੇ ਕਰ ਲਏ ਨੇ ਅਸੀਂ ਪੂਰੇ ਕਰੇ ਨੇ। ਅਸੀਂ ਕਿਸਾਨਾਂ ਨੂੰ ਕਿਹਾ ਮਜ਼ਦੂਰ ਦਾ ਘਰ, ਕਿਸਾਨ ਦੀ ਜ਼ਮੀਨ, ਦੁਕਾਨਦਾਰ ਦੀ ਦੁਕਾਨ ਕੁਰਕ ਨਹੀਂ ਹੋਣ ਦੇਵਾਂਗੇ। ਅੱਜ ਤੱਕ ਭਾਰਤ ਦੇ ਵਿੱਚ ਅਸੀਂ ਕੁਰਕ ਨਹੀਂ ਹੋਣ ਦਿੱਤੀ। ਪਰ ਅਜੇ ਵੀ ਪਿੰਡਾਂ 'ਚ ਪਰਚੇ ਹੋ ਰਹੇ ਆ। ਨਹੀਂ, ਮੇਰੀ ਗੱਲ ਤਾਂ ਸੁਣ ਲਓ, ਕੁਛ ਹੋ ਗਿਆ ਜੇ। ਅਸੀਂ ਕਿਹਾ ਕਿਸਾਨੋਂ ਚਲੋ ਦਿੱਲੀ, ਹਰਿਆਣੇ ਵਾਲਿਆਂ ਨੂੰ ਕਿਹਾ ਚਲੋ ਦਿੱਲੀ, ਯੂਪੀ ਵਾਲਿਆਂ ਨੂੰ ਕਿਹਾ ਚਲੋ ਦਿੱਲੀ 5-5 ਮਹੀਨਾ ਰਾਸ਼ਨ ਲੈ ਕੇ ਆਪਾਂ ਤਿੰਨੇ ਕਾਨੂੰਨ ਰੱਦ ਕਰਾ ਕੇ ਆਵਾਂਗੇ। ਤੇ ਅਸੀਂ ਰੱਦ ਕਰਾ ਕੇ ਆਏ ਹਾਂ। ਅਸੀਂ ਇੱਥੋਂ ਤੱਕ ਕਿਹਾ ਜੀ, ਮੈਂ ਲੋਕਾਂ ਨੂੰ ਵੀ ਹਾਰ ਤਿਆਰ ਰੱਖਿਓ, ਜਿੱਤ ਕੇ ਗਲਾਂ 'ਚ ਪਾ ਦਿਓ ਤੇ ਨਹੀਂ ਸਾਡੀਆਂ ਡੈੱਡ ਬੋਡੀਆਂ 'ਤੇ ਪਾ ਦਿਓ। ਮੈਂ ਗਰੇਵਾਲ ਸਾਹਿਬ ਨੂੰ ਪੁੱਛਦਾ ਇਹਦੇ ਕਿੰਨੇ ਹਾਰ ਪਏ ਨੇ? ਸਾਡੇ ਤਾਂ ਹਾਰ ਚੱਲੇ ਹੀ ਨਹੀਂ ਗਏ ਬਸ। ਚਲੋ ਮੈਂ ਇੱਕ ਜਵਾਬ ਉਹਨਾਂ ਤੋਂ ਲੈ ਲੈਂਦੀ ਹਾਂ, ਫਿਰ ਇੱਕ ਮੈਂ ਤੁਹਾਡੇ ਵੱਲ ਆਉਂਦੀ ਹਾਂ ਬਾਅਦ 'ਚ। ਹਾਂਜੀ देखो, मेरी पार्टी, मेरा संगठन, मेरी विचारधारा, मैं उसके साथ जुड़ा हुआ हूँ। पिछले 32 वर्ष से ज़्यादा समय हो गया। ये जो बातें कर रहे हैं ना, ये असल में विचारधारक लड़ाई है देश में। हम किसी का कोई नुकसान नहीं करते। हमारे प्रधानमंत्री ने कहा कि देश का संविधान हमारे लिए होली बुक है, उसके मुताबिक चलता है। अब अगर किसी की ज़मानत हो जाती है, कोई क्राइम करता है, तो ये मानजोग अदालतों का भी सम्मान नहीं करते, उसको भी क्रिटिसाइज़ करते हैं। अगर इलेक्शन कमीशन कोई डिसीजन देता है, अगर कुछ लोगों के खिलाफ होता है, वो कुछ के पक्ष में जाएगा, कुछ के खिलाफ। वो संवैधानिक संस्था है, उसको भी मानने को तैयार नहीं है। ऐसे देश नहीं चला करता। संविधान को सबको मानना पड़ेगा। किसी मुसलमान के ऊपर, किसी इस्लाम को मानने वाले के ऊपर कोई जुल्म नहीं होगा। ये बात मानते हैं कि इस बार किसान आंदोलन बहुत बड़ा मुद्दा है और गाँव में बहुत बड़ा इशू है? मेरी बात सुनो, मैं सब कुछ जानता हूँ, ऐसा कुछ नहीं है। मैंने 1 साल जैसे इन लोगों ने जितने भी जुल्म किए हमारे लोगों पे हमने सहे, मगर हमने देश में और सूबे में भाईचारक साझ रहे, एकता अखंडता रहे, वो ठीक है। किसान हमारे ही भाई हैं, कहीं ऊपर से नहीं आए। वो अब जब तो वहाँ बैठे थे तब तो किसान थे, जब वापस आ गए कोई कांग्रेस का हो गया, कोई अकाली दल का हो गया, कोई किसी का हो गया, कुछ लोग इनके साथ हैं, ये मैं मानता हूँ। इसलिए आप रिजल्ट देखना।